ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਇਨ ਦਿਨਾਂ ਦੇ ਵਿੱਚ ਪੰਜਾਬ ਦੀ ਕਾਂਗਰਸ ਪਾਰਟੀ ਔਰ ਸਰਕਾਰ ਦੇ ਉੱਪਰ ਕਾਫੀ ਸੰਗੀਨ ਆਰੋਪ ਨੇ ਕਿਉਂਕਿ ਮਸਲਾ ਸ਼ੁਰੂ ਹੋਇਆ ਸੀ ਐਕਸਾਈਜ਼ ਪਾਲਿਸੀ ਤੋਂ। ਉਸ ਤੋਂ ਬਾਅਦ ਮੁੱਖ ਸਕੱਤਰ ਔਰ ਮੰਤਰੀਆਂ ਦੇ ਵਿੱਚ ਵਿਵਾਦ ਹੋਇਆ, ਤਕਰਾਰ ਹੋਈ। ਉਸ ਤੋਂ ਬਾਅਦ ਸਿੱਧੇ ਤੌਰ ਤੇ ਇਸ ਮਸਲੇ ਤੇ ਰਾਜਨੀਤੀ ਹੁੰਦੀ ਨਜ਼ਰ ਆ ਰਹੀ ਹੈ। ਹੁਣ ਤੇ ਇਹ ਤੱਕ ਕਿਹਾ ਜਾ ਰਿਹਾ ਹੈ ਕਿ ਮੇਨ ਮਸਲਾ ਸ਼ਰਾਬ ਹੈ ਤੇ ਸ਼ਰਾਬ ਦੀ ਬੰਦੀ ਕਿਉਂ ਨਹੀਂ ਹੋ ਗਈ ਹਜੇ ਤੱਕ ਪੰਜਾਬ ਦੇ ਵਿੱਚ। ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਰ, ਵੱਡਾ ਇਸ਼ੂ ਸ਼ਰਾਬ ਬਣ ਗਿਆ ਪੰਜਾਬ ਦੇ ਵਿੱਚ। ਕੋਈ ਕਹਿ ਰਿਹਾ ਹੈ ਇਸ ਸਰਕਾਰ ਵੇਲੇ ਜਿਹੜਾ ਹੈ ਰੈਵਨਿਊ ਲੋਸ ਹੋਇਆ, ਕੋਈ ਕਹਿ ਰਿਹਾ ਪਿਛਲੀ ਸਰਕਾਰ ਨੇ ਮਾਫੀਆ ਰਾਜ ਖੜਾ ਕਰਤਾ। ਕਿੱਦਾਂ ਦੇਖਦੇ ਹੋ ਤੁਸੀਂ ਇਸ ਸਾਰੇ ਇਸ਼ੂ ਨੂੰ? ਔਰ ਹੁਣ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਸ਼ਰਾਬ ਬੰਦੀ ਕਿਉਂ ਨਹੀਂ ਹੋਗੀ ਪੰਜਾਬ ਦੇ ਵਿੱਚ, ਜਦ ਅਸਲ ਮੁੱਦਾ ਹੈ ਮਾਫੀਆ ਨੂੰ ਜਨਮ ਦਿੱਤਾ ਇਸ ਸ਼ਰਾਬ ਨੇ, ਤੇ ਫਿਰ ਇਸ ਦੀ ਬੰਦੀ ਕਿਉਂ ਨਹੀਂ ਹੋਗੀ? ਦੇਖੋ, ਪਹਿਲੀ ਗੱਲ ਤਾਂ ਜੇ ਤੁਹਾਡੀ ਮੈਂ ਗੱਲ ਕਰਾਂ ਬੰਦੀ ਦੀ, ਤੇ ਤੁਸੀਂ ਆਹ 2 ਮਹੀਨੇ ਬੰਦੀ ਕਰਕੇ ਦੇਖੀ ਹੈ, ਤੇ ਇਸ ਬੰਦੀ ਦੇ ਵਿੱਚ ਜਿੰਨਾ ਮਾਫੀਆ ਰਾਜ ਵਧਿਆ ਉਹ ਤੁਹਾਡੇ ਸਾਹਮਣੇ ਹੈ। ਸੋ ਬੰਦੀ ਕੋਈ ਹੱਲ ਨਹੀਂ ਹੈ। ਦੂਜੇ ਸੂਬਿਆਂ ਦੇ ਵਿੱਚ ਵੀ ਹਰਿਆਣੇ 'ਚ ਬੰਦੀ ਕਰਕੇ ਦੇਖੀ ਹੈ, ਗੁਜਰਾਤ 'ਚ ਵੀ ਬੰਦੀ ਹੈ, ਪਰ ਉੱਥੇ ਸ਼ਰਾਬ 2 ਨੰਬਰ ਦੀ ਜਿਵੇਂ ਚੱਲ ਰਹੀ ਹੈ। ਉਲਟਾ ਗੱਲ ਇਹ ਹੈ ਵੀ ਜਿਹੜੀ ਸਰਕਾਰ ਨੂੰ ਰੈਵਨਿਊ ਆਉਣਾ ਚਾਹੀਦਾ, ਜਿਹੜਾ ਪੈਸਾ ਸਰਕਾਰ ਦਾ ਹੱਕ ਹੈ, ਜਿਹੜਾ ਲੋਕਾਂ ਦਾ ਹੱਕ ਹੈ, ਸਰਕਾਰ ਦਾ ਹੱਕ ਅਸਲ 'ਚ ਲੋਕਾਂ ਦਾ ਹੀ ਹੱਕ ਹੁੰਦਾ, ਕਿਉਂਕਿ ਲੋਕਾਂ ਦੇ ਖਰਚਾ ਜਾਣਾ, ਉਹਦੀ ਜਦ ਚੋਰੀ ਹੁੰਦੀ ਹੈ ਉਹ 'ਤੇ ਦੁੱਖ ਹੁੰਦਾ ਹੈ। ਇਹ ਜੋ ਸਾਰੀ ਘਟਨਾਕ੍ਰਮ ਹੈ, ਇਸ ਤੋਂ ਇੱਕ ਗੱਲ ਸਾਹਮਣੇ ਆ ਗਈ ਹੈ ਕਿ ਕਾਂਗਰਸ ਦੀ ਸਰਕਾਰ ਦੇ ਵਿੱਚ ਅਫਸਰ ਵੀ ਤੇ ਕਾਂਗਰਸ ਦੇ ਨੇਤਾ ਵੀ ਇਹ ਦੋਵੇਂ ਹੱਟੀ ਲੁੱਟਣ ਲੱਗੇ ਹੋਏ ਨੇ ਪੰਜਾਬ ਨੂੰ। ਖਾਸ ਤੌਰ 'ਤੇ ਜੋ ਸ਼ਰਾਬ ਦਾ ਕਾਰੋਬਾਰ ਹੈ, ਇਹਦੇ ਵਿੱਚ ਜੋ ਘਪਲਾ ਹੋ ਰਿਹਾ ਹੈ, ਜੋ 2 ਨੰਬਰ ਦੀ ਸ਼ਰਾਬ ਵਿਕ ਰਹੀ ਹੈ, ਜੋ 2 ਨੰਬਰ ਦੀ ਸ਼ਰਾਬ ਡਿਸਟਿਲਰੀਆਂ ਦੇ ਵਿੱਚੋਂ ਨਿਕਲ ਰਹੀ ਹੈ, ਉਹ ਗੱਲਾਂ ਹੁਣ ਜਗ ਜ਼ਾਹਰ ਹੋ ਗਈਆਂ ਨੇ। ਤੇ ਸਰਕਾਰ ਦੀ ਇਹ ਜਿਹੜੀ ਜ਼ਿੰਮੇਵਾਰੀ ਹੈ ਇਹ ਸਿੱਧੀ ਮੁੱਖ ਮੰਤਰੀ ਸਾਹਿਬ ਤੱਕ ਹੈ। ਕਿਉਂਕਿ ਇਹ ਮਹਿਕਮਾ ਮੁੱਖ ਮੰਤਰੀ ਸਾਹਿਬ ਕੋਲ ਹੈ। ਤੇ ਕਿਉਂ ਉਹ ਭੱਜ ਰਹੇ ਨੇ ਇਨਕੁਆਇਰੀ ਕਰਾਉਣ ਤੋਂ? ਕਿਉਂ ਕਲੀਨ ਚਿੱਟ ਦੇ ਰਹੇ ਨੇ? ਇੰਨੀਆਂ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ 2 ਨੰਬਰ ਦੀਆਂ। ਬੱਚੇ ਨੂੰ ਪਤਾ ਹੈ ਵੀ ਦੂਜੇ ਸੂਬਿਆਂ ਦੇ ਵਿੱਚੋਂ ਸ਼ਰਾਬ ਆ ਰਹੀ ਹੈ ਤੇ ਹੋਮ ਡਿਲੀਵਰੀ ਸ਼ਰਾਬ ਦੀ ਹੁੰਦੀ ਹੈ। ਕੌਣ ਕਰਦਾ ਇਹ? ਕੀ ਇਹਦੀ ਗੱਲ ਦੀ ਸੱਚਾਈ 'ਚ ਤਹਿ ਤੱਕ ਨਹੀਂ ਜਾਣਾ ਚਾਹੀਦਾ? ਸਮਾਂ ਇਹ ਜਿਹੜਾ ਪੰਜਾਬ ਦਾ ਇੰਨਾ ਪੈਸਾ ਹੈ ਜਿਹੜਾ ਇਹ ਕਿਸੇ ਗਰੀਬ ਦੇ, ਕਿਸੇ ਲੋੜਵੰਦ ਦੇ ਫਾਇਦੇ ਵਰਤਿਆ ਜਾਂਦਾ, ਤਾਂ ਇਹਦੇ ਨਾਲ ਸਰਕਾਰ ਦਾ ਜਿਹੜਾ ਅਸਲੀ ਮਨੋਰਥ ਹੈ, ਜੋ ਵਾਅਦੇ ਨੇ ਕੀਤੇ, ਉਹ ਪੂਰੇ ਹੋਣ ਵੱਲ ਵੀ ਇਹ ਜਾ ਸਕਦੇ ਸੀ। ਪਰ ਇੱਕ ਗੱਲ ਸਪਸ਼ਟ ਹੈ, ਜਿਸ ਤਰ੍ਹਾਂ ਪੋਲੀਟੀਕਲ ਬੰਦਿਆਂ ਨੇ, ਕਾਂਗਰਸ ਦੇ ਮੰਤਰੀਆਂ ਨੇ, ਚੀਫ ਸੈਕਟਰੀ ਤੇ ਹੋਰ ਅਫਸਰਾਂ 'ਤੇ ਦੋਸ਼ ਲਾਏ ਨੇ ਵੀ ਉਹਨਾਂ ਦੀ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਹਿੱਸੇਦਾਰੀ ਹੈ, ਤੇ ਅਫਸਰਾਂ ਨੇ ਪੋਲੀਟੀਕਲ ਬੰਦਿਆਂ 'ਤੇ ਇਹ ਦੋਸ਼ ਲਾਏ ਨੇ ਵੀ ਇਹ ਸਾਰੀ ਜਿਹੜੀ 2 ਨੰਬਰ ਦਾ ਕੰਮ ਹੈ ਇਹ ਸਿਆਸੀ ਬੰਦਿਆਂ ਦੀ ਸ਼ਹਿ 'ਤੇ ਹੋ ਰਿਹਾ। ਇਹ ਦੋਨੇ ਪਹਿਲੂਆਂ ਦੀ ਜਿਹੜੀ ਹੈ ਇਨਕੁਆਇਰੀ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਨਹੀਂ, ਮੈਂ ਤਾਂ ਇਹੀ ਕਹਾਂਗਾ ਵੀ ਇਹ ਸਾਰਾ ਕੁਛ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਸ਼ਹਿ 'ਤੇ ਹੋ ਰਿਹਾ, ਹੋਰ ਇਸ 'ਚ ਕੋਈ ਗੱਲ ਨਹੀਂ। ਸ਼ਹਿ 'ਤੇ ਹੋ ਰਿਹਾ ਤੇ ਫਿਰ ਜਾਂਚ ਕਿੱਥੇ ਹੋਏਗੀ? ਤੁਸੀਂ ਕਹਿ ਰਹੇ ਹੋ ਸ਼ਹਿ 'ਤੇ ਹੋ ਰਿਹਾ। ਅਗਰ ਸ਼ਹਿ ਹੀ ਦਿੱਤੀ ਜਾ ਰਹੀ ਹੈ, ਆਪਣੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫਿਰ ਤਾਂ ਨਹੀਂ ਲੱਗਦਾ ਕਿ ਕੋਈ ਨਿਸ਼ਪਕਸ਼ ਜਾਂਚ ਹੋਊਗੀ? ਨਹੀਂ, ਦੇਖੋ, ਨਿਸ਼ਪਕਸ਼ ਜਾਂਚ ਕੋਈ ਇਕੱਲੀ ਸਰਕਾਰ ਨੇ ਨਹੀਂ ਕਰਾਉਣੀ ਹੁੰਦੀ, ਕੋਰਟਸ ਵੀ ਕਰਾ ਸਕਦੇ ਆ। ਤੇ ਹਜੇ ਹਾਈ ਕੋਰਟ ਜਾਂ ਹੋਰ ਬੰਦ ਨੇ, ਜਦ ਖੁੱਲ੍ਹਣਗੇ ਮੈਨੂੰ ਲੱਗਦਾ ਅਸੀਂ ਵੀ ਯਤਨ ਕਰਾਂਗੇ, ਤੇ ਹੋਰ ਵੀ ਜਿਹੜੇ ਪੰਜਾਬ ਦੇ ਚਿੰਤਕ ਲੋਕ ਨੇ ਉਹ ਹਾਈ ਕੋਰਟ ਤੱਕ ਇਸ ਗੱਲ ਦੀ ਜਿਹੜੀ ਹੈ ਇੱਕ ਇੰਡੀਪੈਂਡੈਂਟ ਇਨਕੁਆਇਰੀ ਦੀ ਪਹੁੰਚ ਜ਼ਰੂਰ ਕਰਨਗੇ। ਤੇ ਮੈਂ ਇਹ ਮੰਨਦਾ ਵੀ ਇਹ ਕੋਈ ਸੈਂਟਰਲ ਏਜੰਸੀ ਦੇ ਰਾਹੀਂ ਜਾਂ ਹਾਈ ਕੋਰਟ ਦੀ ਮੋਨੀਟਰਡ ਇਨਕੁਆਇਰੀ ਹੋਣੀ ਚਾਹੀਦੀ ਹੈ, ਜਿਹਦੇ ਨਾਲ ਇਹ ਸਾਰੇ ਜਿਹੜੇ ਸੱਚ ਹੈ ਉਹ ਸਾਹਮਣੇ ਆਵੇ। ਯਾਨੀ ਤੁਸੀਂ ਵੀ ਕੋਈ ਪਟੀਸ਼ਨ ਤਿਆਰ ਕਰ ਰਹੇ ਹੋ ਕਿ ਇਸ ਮਾਮਲੇ ਨੂੰ ਹਾਈ ਕੋਰਟ ਦੀ ਦਹਿਲੀਜ਼ ਤੱਕ ਲੈ ਕੇ ਜਾਇਆ ਜਾ ਸਕੇ, ਤਾਂ ਕਿ ਉਹ ਇਸ ਮਸਲੇ ਦੇ ਉੱਪਰ ਸੁਣਵਾਈ ਕਰਨ ਔਰ ਫਿਰ ਇਸ ਮਾਮਲੇ ਦੀ ਜਾਂਚ ਹੋਏ? ਬਿਲਕੁਲ, ਇਹਦੀ ਜ਼ਰੂਰ ਜਿਹੜਾ ਹੈ ਹਾਈ ਕੋਰਟ 'ਚ ਪਹੁੰਚ ਕਰਕੇ ਉਹਦੀ ਅਸੀਂ ਮੰਗ ਕਰਾਂਗੇ ਵੀ ਇਹਦੀ ਇੰਡੀਪੈਂਡੈਂਟ ਜਿਹੜੀ ਇਨਕੁਆਇਰੀ ਹੈ ਹੋਣੀ ਚਾਹੀਦੀ ਹੈ। ਸਾਹਿਬ, ਇੱਕ ਵੱਡਾ ਸਵਾਲ ਹੈ ਐਕਸਾਈਜ਼ ਨੂੰ ਲੈ ਕੇ ਕਿ ਰੈਵਨਿਊ ਦੇ ਵਿੱਚ ਲਗਾਤਾਰ ਲੋਸਿਸ ਹੋ ਰਹੇ ਨੇ ਇਸ ਮਾਫੀਆ ਰਾਜ ਕਰਕੇ। ਟੈਕਸਿਸ ਜਿਹੜੇ ਇਕੱਠੇ ਹੋਣੇ ਚਾਹੀਦੇ ਸੀ ਉਹ ਨਹੀਂ ਇਕੱਠੇ ਹੋ ਰਹੇ। ਸ਼੍ਰੋਮਣੀ ਅਕਾਲੀ ਦਲ ਹੁਣ ਕਾਂਗਰਸ ਦੇ ਉੱਪਰ ਆਰੋਪ ਲਾ ਰਿਹਾ ਹੈ,
ਕਾਂਗਰਸ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਆਰੋਪ ਲਗਾ ਰਹੀ ਹੈ। ਤੁਹਾਡੇ ਰਾਜ ਦੀ ਗੱਲ ਕਰੀਏ, ਕਿਉਂਕਿ ਤੁਸੀਂ ਖਜ਼ਾਨਾ ਮੰਤਰੀ ਸੀ, ਕਿੰਨਾ ਰੈਵਨਿਊ ਜਿਹੜਾ ਉਹ ਐਕਸਾਈਜ਼ ਤੋਂ ਆਉਂਦਾ ਸੀ? ਕਿਆ ਉਹ ਬਜਟ ਐਸਟੀਮੇਟਰੀ ਜਿਹੜਾ ਉਸ ਨੂੰ ਵੀ ਕਾਊਂਟ ਕੀਤਾ ਜਾਂਦਾ ਸੀ, ਜਾਂ ਜਿਹੜਾ ਤੁਹਾਡੇ ਕੋਲ ਕਲੈਕਟ ਹੁੰਦਾ ਸੀ ਉਹੀ ਅਸਲ ਮਾਇਨੇ ਦੇ ਵਿੱਚ ਤੁਸੀਂ ਰੈਵਨਿਊ ਦੇ ਵਿੱਚ ਉਸ ਨੂੰ ਸ਼ਾਮਲ ਕਰਦੇ ਸੀ? ਔਰ ਹੁਣ ਇਹ ਕਿੰਨਾ ਕੁ ਘਟਿਆ, ਤੁਹਾਨੂੰ ਨੌਲੇਜ ਤੇ ਹੋਏਗੀ? ਦੇਖੋ, ਮੇਰੀ ਜੋ ਨੌਲੇਜ ਦੇ ਵਿੱਚ ਹੈ, ਜੋ ਲਾਸਟ ਸਾਡਾ ਵਿੱਤੀ ਸਾਲ ਸੀ, ਸਾਨੂੰ ਜੋ ਐਕਸਾਈਜ਼ ਡਿਪਾਰਟਮੈਂਟ ਹੈ ਉਹਨਾਂ ਨੇ 51-5200 ਕਰੋੜ ਰੁਪਏ ਦਾ ਟਾਰਗੇਟ ਦਿੱਤਾ ਸੀ ਵੀ ਅਸੀਂ ਇੰਨਾ ਇਕੱਠਾ ਕਰਕੇ ਦੇਵਾਂਗੇ, ਪਰ ਸਾਡਾ ਤਕਰੀਬਨ 4700 ਕਰੋੜ ਰੁਪਈਆ ਇਕੱਠਾ ਹੋਇਆ ਸੀ। 500 ਕਰੋੜ ਦਾ ਸਾਡੀ ਸ਼ਾਰਟਫਾਲ ਸੀ। ਅਤੇ ਹੁਣ ਜਿਹੜਾ ਹੈ ਮੇਰੇ ਹਿਸਾਬ ਨਾਲ ਇਹ 3 ਸਾਲਾਂ ਦੇ ਵਿੱਚ 200-300 ਕਰੋੜ ਰੁਪਏ ਦਾ ਹੀ ਟੋਟਲ ਵਾਧਾ ਹੋਇਆ। ਹਾਲਾਂਕਿ ਮੈਂ ਇਹ ਮੰਨਦਾ ਵੀ ਜੇ ਆਪਾਂ ਇਹਨੂੰ ਸ਼ਰਾਬ ਦੀ ਸੇਲ ਨੂੰ ਜੇ ਨਾ ਵੱਧ ਗਿਣੀਏ ਵੀ ਸ਼ਰਾਬ ਦੀ ਸੇਲ ਦੇ ਵਿੱਚ ਵਾਧਾ ਹੋਇਆ, ਤਾਂ ਉਹਨੂੰ ਵੀ ਜੇ ਅਸੀਂ ਪਾਸੇ ਰੱਖ ਦਈਏ ਤਾਂ ਵੀ 4-5% ਤਾਂ ਮਿਨੀਮਮ ਜਿਹੜੀ ਹੈ ਗਰੋਥ ਉਹ ਵੈਸੇ ਹੀ ਬਣਦੀ ਹੈ। ਅਦਰਵਾਈਜ਼ 8% ਜਿਹੜੀ ਹੈ ਉਹ ਗਰੋਥ ਇਨ ਰੈਵਨਿਊ ਹੋਣੀ ਚਾਹੀਦੀ ਹੈ ਐਕਸਾਈਜ਼ ਦੇ ਵਿੱਚ, ਚਾਹੇ ਜਿੰਨੇ ਮਰਜ਼ੀ ਤੋਂ ਮਰਜ਼ੀ ਮੰਦੀ ਦੇ ਹਾਲਾਤ ਹੋਣ। ਸੋ ਹੁਣ ਤਾਂ ਇਹਨਾਂ ਦੀ ਤਾਂ ਕੁਛ ਵੀ ਨਹੀਂ ਮਿਲਦਾ। ਜੇ ਹਰ ਸਾਲ ਲਾਈਏ ਤਾਂ 3 ਸਾਲਾਂ ਦੇ ਵਿੱਚ ਘੱਟੋ ਘੱਟ ਜਿਹੜਾ 24-25% ਇਨਕਮ ਵਧਣੀ ਚਾਹੀਦੀ ਸੀ, ਪਰ ਇਹਨਾਂ ਦੀ 5-6% ਇਨਕਮ ਵਧੀ ਹੈ। ਲੇਕਿਨ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ 5300 ਕਰੋੜ ਦਾ ਘੁਟਾਲਾ ਹੋਇਆ ਇਸ ਸਰਕਾਰ ਦੇ 3 ਸਾਲ ਦੇ ਕਾਰਜਕਾਲ ਦੇ ਵਿੱਚ। ਦੇਖੋ, ਕਰੋੜ ਨੂੰ ਕੁਆਂਟੀਫਾਈ ਕਰਨਾ ਵੀ ਇੰਨੇ ਕਰੋੜ ਦਾ ਹੋਇਆ, ਘੁਟਾਲਾ ਜ਼ਰੂਰ ਹੋਇਆ, ਪਰ ਕਿੰਨੇ 100 ਕਰੋੜ ਦਾ ਹੋਇਆ ਇਹ ਤਾਂ ਕਿਆਸ ਰਾਹੀਆਂ ਨੇ। ਜਦ ਤੱਕ ਇਹਦੀ ਡਿਟੇਲਡ ਸਾਡੇ ਕੋਲ ਨੌਲੇਜ ਨਹੀਂ ਹੋਊਗੀ ਵੀ ਕਿੰਨੀ ਸ਼ਰਾਬ 2 ਨੰਬਰ ਦੀ ਆਈ ਹੈ, ਉਹਨੂੰ ਕੌਣ ਕੁਆਂਟੀਫਾਈ ਕਰੂਗਾ ਵੀ ਕਿੰਨੀ 2 ਨੰਬਰ ਦੀ ਆਈ ਹੈ, ਕਿੰਨੀਆਂ ਡਿਸਟਿਲਰੀਆਂ ਨੇ 2 ਨੰਬਰ ਦੀ ਵੇਚੀ ਹੈ, ਕਿੰਨਾ ਜਿਹੜੀ ਬਾਹਰੋਂ 2 ਨੰਬਰ ਦੀ ਆਈ ਹੈ, ਕਿੰਨੀ ਜਿਵੇਂ ਲੋਕਾਂ ਨੇ ਘਰਾਂ ਦੇ ਵਿੱਚ ਜਿਹੜਾ ਹੈ ਬਣਾ ਕੇ ਸ਼ਰਾਬ ਉਹ ਵੇਚੀ ਹੈ, ਉਹਨੂੰ ਕੁਆਂਟੀਫਾਈ ਕਰਨਾ ਸੰਭਵ ਨਹੀਂ ਹੈ। ਇਹ ਹੈਗਾ ਵੀ ਇੱਕ ਰਫ ਐਸਟੀਮੇਟ, ਉਹ ਵੀ ਜੇ ਕਾਫੀ ਡਿਟੇਲ ਦੇ ਵਿੱਚ ਜਾ ਕੇ ਜਿਹੜੇ ਬੰਦੇ ਨੂੰ ਪੂਰੀ ਨੌਲੇਜ ਹੈ ਇੱਕ ਵੈਲਿਊ ਦੀ, ਉਹ ਕੋਈ ਥੋੜ੍ਹਾ ਮੋਟਾ ਰਫ ਐਸਟੀਮੇਟ ਲਾ ਸਕਦਾ, ਪਰ ਇਹਦਾ ਐਸਟੀਮੇਟ ਲਾਉਣਾ ਇਹ 2000 ਕਰੋੜ ਵੀ ਹੋ ਸਕਦਾ ਹੈ, 5000 ਕਰੋੜ ਵੀ ਹੋ ਸਕਦਾ ਹੈ। ਇਹਨੂੰ ਇਸ ਤਰੀਕੇ ਨਾਲ ਕੋਈ ਇੱਕ ਜਿਹੜੀ ਹੈ ਇਸ ਘਪਲੇ ਨੂੰ ਕੁਆਂਟੀਫਾਈ ਕਰਨਾ ਸੰਭਵ ਨਹੀਂ ਹੋਏਗਾ। ਪਰ ਇੱਕ ਗੱਲ ਜ਼ਰੂਰ ਹੈ ਵੀ ਇੱਥੇ ਜਿਹੜਾ ਹੈ ਇਹ ਗੜਬੜ ਤੇ ਘਪਲਾ ਹੋਇਆ ਜ਼ਰੂਰ ਹੈ। ਹੋਇਆ, ਲੇਕਿਨ ਹੁਣ ਕਾਂਗਰਸੀਆਂ ਦੇ ਉੱਪਰ ਵੱਡੇ ਆਰੋਪ ਲੱਗ ਰਹੇ ਨੇ। ਰਾਜਪੁਰਾ ਦਾ ਜ਼ਿਕਰ ਹੋਇਆ, ਇਸ ਤੋਂ ਬਾਅਦ ਖੰਨਾ ਦਾ ਜ਼ਿਕਰ ਹੋਇਆ, ਲੁਧਿਆਣੇ ਦਾ ਜ਼ਿਕਰ ਹੋਇਆ, ਔਰ ਸਿੱਧੇ ਤੌਰ 'ਤੇ ਕਿਹਾ ਜਾ ਰਿਹਾ ਕਾਂਗਰਸੀ ਜਿਹੜੇ ਨੇ ਉਹ ਸੰਰਕਸ਼ਣ ਦੇ ਰਹੇ ਨੇ ਇਸ ਮਾਫੀਆ ਰਾਜ ਨੂੰ, ਤਾਂ ਹੀ ਆ ਮਾਫੀਆ ਰਾਜ ਜਿਹੜਾ ਫਲਦਾ ਫੁੱਲਦਾ ਨਜ਼ਰ ਆ ਰਿਹਾ। ਔਰ ਇਕੱਲਾ ਆ ਮਾਫੀਆ ਨਹੀਂ, ਇਸ ਤੋਂ ਇਲਾਵਾ ਮਾਈਨਿੰਗ ਮਾਫੀਆ ਦੀ ਗੱਲ ਕਰੀਏ, ਹੁਣ ਕਹਿੰਦੇ ਉਹ ਵੀ ਉਸ 'ਤੇ ਵੀ ਕਾਂਗਰਸੀਆਂ ਦਾ ਕਬਜ਼ਾ ਹੋ ਗਿਆ। ਮਾਫੀਆ ਰਾਜ ਦੇ ਤੁਹਾਡੇ 'ਤੇ ਵੀ ਆਰੋਪ ਲੱਗਦੇ ਸੀ, ਤੁਹਾਡੀ ਸਰਕਾਰ 'ਤੇ ਵੀ ਕਾਫੀ ਆਰੋਪ ਲੱਗਦੇ ਸੀ। ਕਿੱਦਾਂ ਦੇਖਦੇ ਹੋ, ਕਿਆ ਇਸ ਸਰਕਾਰ ਦੇ ਵਿੱਚ ਨੱਥ ਪਈ ਹੈ ਮਾਫੀਆ ਰਾਜ ਨੂੰ ਜਾਂ ਫਿਰ ਵਧਿਆ? ਦੇਖੋ, ਮੈਂ ਪਹਿਲੀ ਗੱਲ ਤਾਂ ਇਹ ਮੰਨਦਾ ਕਿ ਕੋਈ ਵੀ ਸਿਆਸੀ ਲੀਡਰ ਹੈ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਹੈ, ਕੋਈ ਵੀ ਐਸੇ ਕਾਰੋਬਾਰ ਦੇ ਵਿੱਚ ਜਿਹੜਾ ਸਰਕਾਰ ਨਾਲ ਸੰਬੰਧਿਤ ਹੋਵੇ ਜਾਂ ਜਿਹੜਾ ਗਵਰਨਮੈਂਟ ਪਾਲਿਸੀ ਨਾਲ ਸੰਬੰਧਿਤ ਹੋਵੇ, ਉਹਦੇ ਵਿੱਚ ਨਹੀਂ ਹੋਣਾ ਚਾਹੀਦਾ ਇੱਕ ਸਿਸਟਮ ਨੂੰ ਟਰਾਂਸਪੇਰੈਂਸੀ ਲਿਆਉਣ ਦੇ ਵਿੱਚ ਵਾਸਤੇ। ਨਾ ਟਰਾਂਸਪੋਰਟ ਕਾਰੋਬਾਰ ਦੇ ਵਿੱਚ, ਨਾ ਸ਼ਰਾਬ ਦੇ ਵਿੱਚ, ਨਾ ਮਾਈਨਿੰਗ ਦੇ ਵਿੱਚ, ਇਹ 'ਚ ਕੋਈ ਸਿਆਸੀ ਬੰਦਾ ਨਹੀਂ ਹੋਣਾ ਚਾਹੀਦਾ। ਇਹਦੇ ਨਾਲ ਜਿਹੜਾ ਹੈ ਕਾਰੋਬਾਰ ਵੀ ਖਰਾਬ ਹੁੰਦਾ ਹੈ, ਸੂਬੇ ਦਾ ਵੀ ਨੁਕਸਾਨ ਹੁੰਦਾ ਹੈ, ਅਤੇ ਜਿਹੜਾ ਹੈ ਹੋਰ ਵੀ ਜਿਹੜੀਆਂ ਕਮੀਆਂ ਊਣਤਾਈਆਂ ਜਿਹੜੀਆਂ ਉਹ ਪੈਦਾ ਹੁੰਦੀਆਂ ਨੇ। ਪਹਿਲੀ ਗੱਲ ਤਾਂ ਇਹ ਮੈਂ ਸਮਝਦਾ ਸਾਰੇ ਸਿਆਸੀ ਪਾਰਟੀਆਂ ਨੂੰ ਇਕੱਠੇ ਹੋ ਕੇ ਇੱਕ ਫੈਸਲਾ ਕਰਨਾ ਚਾਹੀਦਾ, ਜਾਂ ਇਹ ਲੋਕ ਇਹ ਤਹਈਆ ਕਰ ਲੈਣ ਵੀ ਜਿਹੜੇ ਲੋਕ ਇਹ ਜਦ ਤੱਕ ਸਾਨੂੰ ਆਪਦੇ ਮੈਨੀਫੈਸਟੋ ਦੇ ਵਿੱਚ ਨਹੀਂ ਪਾਉਂਦੇ ਵੀ ਜਿਹੜੇ ਸਿਆਸੀ ਬੰਦੇ ਗਵਰਨਮੈਂਟ ਪਾਲਿਸੀ ਨਾਲ ਸੰਬੰਧਿਤ ਕਾਰੋਬਾਰ ਕਰਨਗੇ ਉਹਨਾਂ ਨੂੰ ਅਸੀਂ ਜਿਹੜਾ ਟਿਕਟ ਨਹੀਂ ਦੇਵਾਂਗੇ, ਉਹਨਾਂ ਚਿਰ ਜਿਹੜਾ ਇਹ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ। ਪਰ ਜਿਹੜੀ ਦੂਜੀ ਗੱਲ ਤੁਸੀਂ ਗੱਲ ਕੀਤੀ ਹੈ ਵੀ ਇਹ ਸ਼ਰਾਬ ਦੀ ਫੈਕਟਰੀਆਂ ਫੜੀਆਂ ਗਈਆਂ, ਇਹ ਵੈਸੇ ਸਾਹਮਣੇ ਨਹੀਂ ਸੀ ਆਉਣੀ। ਇਹ ਤਾਂ ਹੀ ਸਾਹਮਣੇ ਆਇਆ ਸਾਰਾ ਕੁਝ ਕਿਉਂਕਿ ਸਿਆਸਤਦਾਨਾਂ ਦੀ, ਕਾਂਗਰਸ ਦੇ ਆਗੂਆਂ ਦੀ ਅਤੇ ਬਿਊਰੋਕਰੈਟਸ ਦੀ ਆਪਸ ਵਿੱਚ ਟਸਲ ਹੋ ਗਈ। ਕਿਉਂਕਿ ਜਦ ਕਾਂਗਰਸ ਆਗੂਆਂ ਨੇ ਦੋਸ਼ ਲਾਏ ਚੀਫ ਸੈਕਟਰੀ 'ਤੇ ਵੀ ਉਹਨਾਂ ਦਾ ਕਾਰੋਬਾਰ ਦੇ ਜਿਹੜੀ ਹੈ
ਫੈਕਟਰੀ ਉਹਨਾਂ ਦੇ ਬੇਟੇ ਨੇ ਲੀਜ਼ ਤੇ ਲਈ ਹੈ, ਤਾਂ ਫਿਰ ਉਹਨਾਂ ਨੇ ਵੀ ਇਹ ਦੋਸ਼ ਲਾਏ ਹੋਣਗੇ ਵੀ ਜੀ 2 ਨੰਬਰ ਦਾ ਕੰਮ ਕਾਂਗਰਸ ਦੇ ਆਗੂ ਕਰ ਰਹੇ ਨੇ। ਉਹਨਾਂ ਨੂੰ ਸੱਚ ਪ੍ਰੂਵ ਕਰਨ ਵਾਸਤੇ ਉਹਨਾਂ ਨੇ ਫਿਰ ਇਹ ਕਾਰਵਾਈ ਕੀਤੀ। ਪਤਾ ਅਫਸਰਾਂ ਨੂੰ ਪਹਿਲਾਂ ਹੀ ਸੀ, ਕਿਉਂਕਿ ਸਰਕਾਰ ਦੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦੀਆਂ ਐਡੀਆਂ ਫੈਕਟਰੀਆਂ ਚੱਲ ਸਕਦੀਆਂ। ਸੋ ਉਹਨਾਂ ਨੇ ਫਿਰ ਕਾਰਵਾਈ ਕਰਕੇ ਦੋਨੇ ਫੈਕਟਰੀਆਂ ਫੜੀਆਂ ਤੇ ਇਹ ਗੱਲ ਲੋਕਾਂ ਦੇ ਸਾਹਮਣੇ ਆਈ। ਜੇ ਆਪਸ 'ਚ ਨਾ ਉਹਨਾਂ ਦੀ ਟਸਲ ਪੈਦਾ ਹੁੰਦੀ ਤਾਂ ਇਹ ਗੱਲ ਸਾਹਮਣੇ ਹੀ ਨਹੀਂ ਸੀ ਆਉਣੀ। 2 ਨੰਬਰ ਦੀਆਂ ਫੈਕਟਰੀਆਂ ਵੀ ਚੱਲੀ ਜਾਂਦੀਆਂ, ਚੀਫ ਸੈਕਟਰੀ ਦਾ ਵੀ ਕਾਰੋਬਾਰ ਚੱਲੀ ਜਾਂਦਾ, ਸਾਰਾ ਚੱਲੀ ਜਾਂਦਾ। ਇਸ ਟਸਲ ਦਾ ਰੀਜ਼ਨ ਕੀ ਰਿਹਾ ਤੁਹਾਨੂੰ ਲੱਗਦਾ ਹੈ ਵੀ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਕਹਿ ਰਿਹਾ ਹੈ ਕਿ ਹਿੱਸੇਦਾਰੀ ਦੀ ਲੜਾਈ ਸੀ, ਕੋਈ ਇਸ ਗੱਲ ਦੀ ਲੜਾਈ ਨਹੀਂ ਸੀ ਕਿ ਐਕਸਾਈਜ਼ ਨੂੰ ਲੋਸ ਹੋ ਰਿਹਾ ਹੈ, ਟੈਕਸ ਜਿਹੜੇ ਨੇ ਉਹ ਇਕੱਠੇ ਨਹੀਂ ਹੋ ਰਹੇ, ਕੇਵਲ ਹਿੱਸੇਦਾਰੀ ਦੀ ਲੜਾਈ ਸੀ, ਇਸ ਕਰਕੇ ਆਪਸ ਦੇ ਵਿੱਚ ਦੋਨਾਂ ਦੇ ਵਿੱਚ ਤਕਰਾਰ ਹੋਈ? ਦੇਖੋ, ਜੇ ਤਾਂ ਹਿੱਸੇਦਾਰੀ ਦੀ ਲੜਾਈ ਹੁੰਦੀ ਤਾਂ ਪਹਿਲਾਂ ਵੀ ਹੋ ਸਕਦੀ ਸੀ। ਸੋ ਮੇਰਾ ਇਹ ਕਹਿਣਾ ਵੀ ਮੈਂ ਉਹੀ ਦੋਸ਼ ਲਾ ਦਾਂ ਕਿਸੇ 'ਤੇ ਵੀ ਯਾਰ ਇਹਨਾਂ ਨੇ ਫਲਾਣੇ ਮੰਤਰੀਆਂ ਨੇ ਕੋਈ ਆਪਦੀ ਇਸ ਗੱਲ ਦੀ ਗੱਲ ਕੀਤੀ, ਕੀ ਉੱਥੇ ਗੱਲ ਹੋਈ ਅੰਦਰ? ਮੈਂ ਇਹ ਸਮਝਦਾ ਵੀ ਕਿਤੇ ਨਾ ਕਿਤੇ ਰੈਵਨਿਊ ਲਾਸ ਦੀ ਗੱਲ ਹੋਈ ਹੋਣੀ ਹੈ, ਉੱਥੋਂ ਟੈਸਲ ਹੋਇਆ। ਕਿਉਂਕਿ ਜਦ ਰੈਵਨਿਊ ਦੀ ਗੱਲ ਹੋਈ ਹੈ ਤਾਂ ਡਿਪਾਰਟਮੈਂਟ ਦੀ ਤਾਂ ਜ਼ਿੰਮੇਵਾਰੀ ਬਣਦੀ ਹੈ, ਅਤੇ ਡਿਪਾਰਟਮੈਂਟ ਨੇ ਉੱਥੇ ਗੱਲ ਕਹੀ ਹੋਣੀ ਹੈ ਵੀ ਜੀ ਦੇਖੋ ਇੱਥੇ ਜੀ 2 ਨੰਬਰ ਦਾ ਕੰਮ ਚੱਲ ਰਿਹਾ, ਅਸੀਂ ਕੀ ਕਰੀਏ, ਅਸੀਂ ਪੈਸਾ ਕਿੱਥੋਂ ਇਕੱਠਾ ਕਰਕੇ ਦਈਏ ਜਦ ਸਾਰੇ ਕਾਂਗਰਸੀ ਲੀਡਰ 2 ਨੰਬਰ ਦਾ ਕੰਮ ਕਰ ਰਹੇ ਨੇ। ਮੈਨੂੰ ਲੱਗਦਾ ਇੱਥੇ ਕਿਤੇ ਉਹਨਾਂ ਦੀ ਕੋਈ ਟਸਲ ਹੋਈ ਹੋਣੀ, ਜੋ ਮੇਰੀ ਅੰਦਾਜ਼ਾ ਹੈ। ਅੰਦਰ ਕੀ ਗੱਲ ਹੋਈ ਤਾਂ ਮੈਂ ਕਹਿਣਾ ਸੰਭਵ ਨਹੀਂ ਹੈ, ਪਰ ਜਿਹੜੀ ਹੈ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਕਰਕੇ। ਤੁਹਾਨੂੰ ਲੱਗ ਰਿਹਾ ਹੁਣ ਸਰਕਾਰ ਦੇ ਵੀ ਸਭ ਕੁਝ ਸਹੀ ਜਾ ਰਿਹਾ? ਸਰਕਾਰ ਤਾਂ ਫੇਲ ਹੈ ਜੀ। ਸਹੀ ਤਾਂ ਕਿਹਾ ਤਾਂ ਬਹੁਤ ਦੂਰ ਦੀ ਗੱਲ ਹੈ, ਸਰਕਾਰ ਹਰ ਪਹਿਲੂ ਤੇ ਫੇਲ ਹੋਈ ਹੈ। ਦੇਖੋ, ਪਹਿਲੀ ਤਾਂ ਮੰਦਭਾਗੀ ਗੱਲ ਕੀ ਹੈ, ਸਭ ਤੋਂ ਵੱਡੀ, ਅੱਜ ਅਸੀਂ ਇੰਨੀ ਵੱਡੀ ਲੜਾਈ ਲੜ ਰਹੇ ਹਾਂ ਕਰੋਨਾ ਦੇ ਖਿਲਾਫ, ਤੇ ਅੱਜ ਇਹ ਲੜਾਈ ਖਤਮ ਨਹੀਂ ਹੋਈ। ਮੇਰਾ ਖਦਸ਼ਾ ਇਹ ਹੈ ਵੀ ਇਹ ਜਿਹੜੀ ਹੈ ਇਹ ਮਹਾਮਾਰੀ ਜਿਹੜੀ ਹੈ ਇਹ ਖੁੱਲ੍ਹਣ ਤੋਂ ਬਾਅਦ ਇਹ ਵਧਣ ਦੇ ਬਹੁਤ ਵੱਡੇ ਖਦਸ਼ੇ ਨੇ। ਅਸੀਂ ਉਹਦੇ ਖਿਲਾਫ ਲੜਾਈ ਰਹੇ ਹਾਂ, ਅਤੇ ਸਰਕਾਰ ਲੜਾਈ ਕੀ ਕਰ ਰਹੀ ਹੈ? ਐਕਸਾਈਜ਼ ਪਾਲਿਸੀ 'ਤੇ ਲੜ ਰਹੀ ਹੈ। ਅਤੇ ਕੀ ਉਹਨਾਂ ਦੀ ਪ੍ਰਾਇਓਰਟੀਜ਼ ਇਹਦੇ ਨਾਲ ਸਾਹਮਣੇ ਨਹੀਂ ਆਉਂਦੀਆਂ ਵੀ ਪ੍ਰਾਇਓਰਟੀ ਕੀ ਹੋਣੀ ਚਾਹੀਦੀ ਸੀ, ਕਰ ਕੀ ਰਹੇ ਨੇ? ਉਹਨਾਂ ਨੂੰ ਲੋਕਾਂ ਦੀ ਫਿਕਰ ਹੀ ਨਹੀਂ। ਕੀ ਰੈਵਨਿਊ ਇਕੱਲੀ ਸਾਨੂੰ ਐਕਸਾਈਜ਼ ਤੋਂ ਇਕੱਠਾ ਹੁੰਦਾ, ਸਾਨੂੰ ਵੈਟ ਤੋਂ ਇਕੱਠਾ ਹੁੰਦਾ ਹੈ, ਸਾਨੂੰ GST ਤੋਂ ਰੈਵਨਿਊ ਇਕੱਠਾ ਹੁੰਦਾ ਹੈ, ਸਾਨੂੰ ਸਟੈਂਪ ਡਿਊਟੀ ਰਜਿਸਟ੍ਰੇਸ਼ਨ ਤੋਂ ਹੁੰਦਾ ਹੈ, ਟਰਾਂਸਪੋਰਟ ਤੋਂ ਹੁੰਦਾ ਹੈ? ਉਹਨਾਂ ਬਾਰੇ ਕਿਉਂ ਨਹੀਂ ਡਿਸਕਸ਼ਨ ਕੀਤੀ ਜੀ ਵੀ ਉਹ ਉੱਥੇ ਉਹਨਾਂ ਨੂੰ ਕਿਵੇਂ ਉੱਥੋਂ ਰੈਵਨਿਊ ਇਕੱਠਾ ਕਰੀਏ? ਕਿਉਂ ਇਕੱਲੀ ਐਕਸਾਈਜ਼ ਪਾਲਿਸੀ 'ਤੇ ਰੌਲਾ ਪਿਆ? ਸੋ ਇਹ ਕੋਈ ਰੈਵਨਿਊ ਦੀ ਗੱਲ 'ਤੇ ਨਹੀਂ, ਇਹ ਜਿਹੜਾ ਕਿਤੇ ਨਾ ਕਿਤੇ ਆਪਸੀ ਜਿਹੜੀ ਰੰਜਿਸ਼ ਅਤੇ ਇਹ ਸਾਰੀਆਂ ਗੱਲਾਂ ਅੰਦਰ ਦੀ ਖਿੱਚੋਤਾਣ ਅਤੇ 2 ਨੰਬਰ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਕਿਤੇ ਨਾ ਕਿਤੇ ਇਹ ਵੀ ਗੱਲਾਂ ਹੋਣਗੀਆਂ ਵੀ ਕੋਈ ਕਿਸੇ ਨੂੰ ਲੱਗਦਾ ਹੋਣਾ ਵੀ ਸ਼ਾਇਦ ਇਹ ਸਾਡਾ ਨੁਕਸਾਨ ਕਰ ਰਹੇ, ਦੂਜੇ ਨੂੰ ਲੱਗਦਾ ਹੋਣਾ ਸਾਡਾ ਨੁਕਸਾਨ ਕਰ ਰਹੇ ਨੇ, ਇਹ ਗੱਲਾਂ ਨੇ। ਅਤੇ ਇਹਨਾਂ ਨੂੰ ਇਸ ਤੋਂ ਵੱਧ ਹੁਣ ਲੋਕਾਂ ਨੇ ਦੇਖਣਾ, ਪੰਜਾਬ ਦੇ ਲੋਕਾਂ ਨੇ ਵੀ ਕੀ ਸੋਚ ਲੈ ਕੇ ਜਿਹੜੀ ਕਾਂਗਰਸ ਕੰਮ ਕਰ ਰਹੀ ਹੈ। ਲੇਕਿਨ ਸਾਹਿਬ ਜਾਖੜ ਸਾਹਿਬ ਲਗਾਤਾਰ ਕਹਿ ਰਹੇ ਨੇ ਕਿ ਹਜੇ ਵੀ ਪ੍ਰਸ਼ਾਸਨ ਦੇ ਵਿੱਚ ਕੁਝ ਅਧਿਕਾਰੀ ਇਹੋ ਜਿਹੇ ਨੇ ਜਿਨ੍ਹਾਂ 'ਤੇ ਨੀਲਾ ਰੰਗ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਚੜ੍ਹਿਆ ਹੋਇਆ, ਉਹ ਰੰਗ ਨਹੀਂ ਉਤਰਿਆ। ਦੇਖੋ, ਨਿੱਜੀ ਸੰਬੰਧ ਤਾਂ ਕਿਸੇ ਨਾਲ ਵੀ ਹੋ ਸਕਦੇ ਨੇ। ਅਫਸਰ ਨੇ ਦਾ ਕੰਮ ਕੀ ਹੈ? ਅਫਸਰ ਦਾ ਕੰਮ ਹੈ ਗਵਰਨਮੈਂਟ ਦੀਆਂ ਪਾਲਿਸੀਜ਼ ਨੂੰ ਇੰਪਲੀਮੈਂਟ ਕਰਨਾ। ਜੇ ਕੋਈ ਅਫਸਰ ਨਹੀਂ ਇੰਪਲੀਮੈਂਟ ਕਰਦਾ, ਸਰਕਾਰ ਕੋਲ ਅਧਿਕਾਰ ਹੈ, ਉਹਨੂੰ ਬਦਲ ਸਕਦੇ ਆ। ਪਾਲਿਸੀਜ਼ ਤਾਂ ਗਵਰਨਮੈਂਟ ਨੇ ਬਣਾਉਣੀਆਂ ਨੇ। ਸੋ ਅਫਸਰਾਂ ਨੂੰ ਦੋਸ਼ ਦੇਣਾ ਇੱਥੇ ਗਲਤ ਹੋਏਗਾ। ਅਤੇ ਜੇ ਉਹਨਾਂ ਨੂੰ ਲੱਗਦਾ ਵੀ ਕਿਸੇ ਅਫਸਰ ਦੀ ਕਾਰਗੁਜ਼ਾਰੀ ਠੀਕ ਨਹੀਂ, ਤਾਂ ਜਿਹੜੀ ਪੋਲੀਟੀਕਲ ਪਾਰਟੀ ਹੈ ਜਿਹੜੀ ਪਾਵਰ ਦੇ ਵਿੱਚ ਹੈ, ਜਾਂ ਉਹ ਉਹਨਾਂ ਨੂੰ ਬਦਲ ਸਕਦੇ ਨੇ। ਜਿਵੇਂ ਉਹਨਾਂ ਨੇ ਕਿਹਾ ਵੀ ਕੁਛ ਅਫਸਰ ਪ੍ਰਭਾਵਿਤ ਨੇ ਪੁਰਾਣੀ ਉਹ ਤੋਂ। ਸੋ ਇਹਦੇ ਨਾਲ ਉਹ ਆਪਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਸਰਕਾਰ ਉਹਨਾਂ ਦੇ ਹੱਥ 'ਚ ਹੈ, ਕੋਈ ਡਿਸੀਜਨ ਲੈ ਸਕਦੇ ਨੇ। ਜਿਹੜਾ ਕੋਈ ਅਫਸਰ ਗਲਤ ਕਰਦਾ ਉਹਨੂੰ ਸਸਪੈਂਡ ਕਰੋ, ਉਹਨੂੰ ਉਹਦੇ ਮਹਿਕਮੇ ਤੋਂ ਬਦਲੋ। ਪਰ ਇਹ ਤਾਂ ਨਹੀਂ ਨਾ ਵੀ ਤੁਸੀਂ ਹੱਥ ਝਾੜ ਜਾਓ ਜੀ, ਇਹ ਤਾਂ ਉਹਨਾਂ ਦਾ। ਹਾਲਾਂਕਿ ਮੇਰੀਆਂ ਸੁਖਬੀਰ ਸਿੰਘ ਬਾਦਲ ਨਾਲ ਹੋਰਾਂ ਨਾਲ 100 ਮਤਭੇਦ ਹੋ ਸਕਦੇ ਨੇ, ਪਰ ਇਸ ਗੱਲ ਲਈ ਤਾਂ ਜੇ ਆਪਾਂ ਕਹੀਏ ਵੀ ਉਹਨਾਂ ਨੂੰ ਮਤਲਬ ਤੁਸੀਂ ਆਪਦੀ ਨਾਕਾਮੀਆਂ ਕਿਸੇ 'ਤੇ ਨਹੀਂ ਸਿੱਟ ਸਕਦੇ। ਲੇਕਿਨ ਆ ਕਿਹਾ ਜਾ ਰਿਹਾ ਕਿ ਮੁੱਖ ਸਕੱਤਰ ਦਾ ਰਵੱਈਆ ਠੀਕ ਨਹੀਂ ਸੀ ਔਰ ਮੁੱਖ ਸਕੱਤਰ ਦਾ ਬਾਈਕਾਟ ਤੱਕ ਕੀਤਾ ਗਿਆ ਕਿ ਹਾਂ ਮੁੱਖ ਸਕੱਤਰ ਦਾ ਨਾਲ ਮੀਟਿੰਗਾਂ ਦਾ ਹਿੱਸਾ ਨਹੀਂ ਬਣਾਂਗੇ, ਕੈਪਟਨ ਅਮਰਿੰਦਰ ਸਿੰਘ ਫੈਸਲਾ ਕਰਨ। ਆਹ ਮੰਤਰੀ ਲੈਵਲ ਦੇ ਕਹਿ ਰਹੇ ਨੇ ਅਧਿਕਾਰੀ ਕਿ ਆਪਾਂ ਮੰਤਰੀ ਲੈਵਲ ਦੇ ਜਿਹੜੇ ਕਹਿ ਸਕਦੇ ਵਿਅਕਤੀ ਕਹਿ ਰਹੇ ਨੇ ਕਿ ਆਪਾਂ ਅਧਿਕਾਰੀ ਦੇ ਨਾਲ
ਮੀਟਿੰਗ ਦਾ ਹਿੱਸਾ ਨਹੀਂ ਬਣਾਂਗੇ। ਸਰਕਾਰ ਦਾ ਕੰਮਕਾਜ ਕਿਸ ਤਰ੍ਹਾਂ ਚੱਲੇਗਾ ਜੇ ਮੁੱਖ ਸਕੱਤਰ ਨਾਲ ਹੀ ਮੀਟਿੰਗ ਨਹੀਂ ਹੋਏਗੀ, ਜਿਹਦੇ ਕੋਲ ਸਾਰੇ ਕਹਿ ਸਕਦੇ ਹਾਂ ਵੀ ਸਾਰੇ ਡਿਪਾਰਟਮੈਂਟਾਂ ਦੇ ਜਿਹੜੇ ਫੈਸਲੇ ਹੁੰਦੇ ਨੇ ਉਹ ਅੱਗੇ ਮੁੱਖ ਸਕੱਤਰ ਹੀ ਲੈ ਕੇ ਜਾਂਦਾ ਹੈ, ਸਾਰੇ ਕੰਮਕਾਜ ਮੁੱਖ ਸਕੱਤਰ ਦੇਖਦਾ, ਔਰ ਉਸੀ ਨਾਲ ਬੈਠਕ ਦਾ ਹਿੱਸਾ ਨਹੀਂ ਬਣਨਾ। ਕਿੱਦਾਂ ਦੇਖਦੇ ਹੋ? ਕਿਆ ਵਾਕਿਆ ਹੀ ਇੱਥੇ ਜਿਹੜਾ ਕਹਿ ਸਕਦੇ ਆ ਡੈਮੋਕ੍ਰੇਸੀ ਹੈ ਉਹ ਪ੍ਰੋਪਰ ਢੰਗ ਨਾਲ ਕਾਇਮ ਹੈ ਜਾਂ ਖਤਮ ਹੋ ਚੁੱਕੀ ਹੈ? ਦੇਖੋ, ਇਹ ਤਾਂ ਜਿਹੜੀ ਹੈ ਗਵਰਨਮੈਂਟ ਜਿਹੜੀ ਹੈ ਤੇ ਡਿਸੀਜਨ ਮੇਕਿੰਗ ਪੈਰਾਲਿਸਿਸ ਦੇ ਵਿੱਚ ਚਲੀ ਗਈ ਹੈ ਸਰਕਾਰ, ਕਿਉਂਕਿ ਕੈਬਨਿਟ ਨੇ ਸਾਰੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਨੂੰ ਮੋਹਰ ਲਾਉਣੀ ਹੈ, ਅਤੇ ਕੈਬਨਿਟ ਦਾ ਜੋ ਕਨਵੀਨਰ ਹੈ, ਜੋ ਸਾਰੀ ਮੀਟਿੰਗ ਨੂੰ ਜਿਹੜਾ ਚਲਾਉਂਦਾ ਹੈ, ਉਹ ਚੀਫ ਸੈਕਟਰੀ ਹੈ। ਅਤੇ ਜੇ ਚੀਫ ਸੈਕਟਰੀ ਦੇ ਆਪਾਂ ਕਹਿੰਦੇ ਵੀ ਮੀਟਿੰਗ 'ਚ ਹੋਊਗਾ ਤਾਂ ਅਸੀਂ ਆਉਣਾ ਨਹੀਂ, ਤਾਂ ਫਿਰ ਤਾਂ ਇੱਕ ਗੱਲ ਤਾਂ ਸਪਸ਼ਟ ਹੋ ਗਈ ਵੀ ਇੱਕ ਤਾਂ ਇਹ ਇੱਕ ਸਰਕਾਰ ਹੀ ਜਿਹੜੀ ਹੈ ਇੱਕ ਜਿਵੇਂ ਕਹਿੰਦੇ ਨੇ ਲੌਕ ਜੈਮ ਦੇ ਵਿੱਚ ਚਲੀ ਗਈ ਹੈ। ਇਹ ਤਾਂ ਜਿਹੜਾ ਲੋਕਡਾਊਨ ਇਕੱਲਾ ਪੰਜਾਬ ਦੇ ਲੋਕਾਂ ਦਾ ਨਹੀਂ ਹੋਇਆ, ਇਹਦਾ ਸਰਕਾਰ ਦਾ ਵੀ ਲੋਕਡਾਊਨ ਹੋ ਗਿਆ ਇਸ ਹਿਸਾਬ ਨਾਲ। ਜੇ ਉਹ ਕਹਿਣ ਵੀ ਚੀਫ ਸੈਕਟਰੀ ਜਿਸ ਮੀਟਿੰਗ 'ਚ ਆਉਣਗੇ ਅਸੀਂ ਜਾਣਾ ਨਹੀਂ, ਅਤੇ ਫਿਰ ਇਹ ਤਾਂ ਹੁਣ CM ਹੈਜ਼ ਟੂ ਡਿਸਾਈਡ ਵੀ ਚੀਫ ਸੈਕਟਰੀ ਨੂੰ ਰੱਖਣਾ ਨਹੀਂ ਰੱਖਣਾ। ਪਰ ਇਹ ਇਸ ਤਰੀਕੇ ਤਾਂ ਨਹੀਂ ਚੱਲ ਸਕਦਾ ਵੀ ਤੁਸੀਂ ਵੀ ਚੀਫ ਸੈਕਟਰੀ ਵੀ ਰਹੇ ਅਤੇ ਮਿਨਿਸਟਰ ਕੈਬਨਿਟ ਮੀਟਿੰਗਾਂ ਵੀ ਨਾ ਅਟੈਂਡ ਕਰਨ ਅਤੇ ਜਾਂ ਚੀਫ ਸੈਕਟਰੀ ਮੀਟਿੰਗ ਨਾ ਅਟੈਂਡ ਕਰੇ। ਇਹ ਕਿਹੋ ਜਿਹੀ ਸਰਕਾਰ ਹੋਈ? ਹੈਰਾਨੀ ਦੀ ਗੱਲ ਹੈ ਵੀ ਚੀਫ ਸੈਕਟਰੀ ਨੂੰ ਕਹਿੰਦੇ ਵੀ ਕੈਬਨਿਟ ਮੀਟਿੰਗ 'ਚ ਨਾ ਆਉਣ। ਇੱਕ ਚੀਫ ਸੈਕਟਰੀ ਚਲੋ ਇੱਕ ਵਾਰ ਛੁੱਟੀ ਲੈ ਕੇ ਚਲੇ ਗਿਆ, ਜੇ ਚੀਫ ਸੈਕਟਰੀ ਨੇ ਕੈਬਨਿਟ ਮੀਟਿੰਗ ਹੀ ਨਹੀਂ ਚਲਾਉਣੀ ਤਾਂ ਫਿਰ ਚੀਫ ਸੈਕਟਰੀ ਦਾ ਹੋਰ ਕੰਮ ਹੀ ਕੀ ਹੈ? ਇਹ ਤਾਂ ਮੇਜਰ ਡਿਊਟੀ ਚੀਫ ਸੈਕਟਰੀ ਦੀ ਇਹੀ ਹੈ ਵੀ ਸਾਰੇ ਡਿਪਾਰਟਮੈਂਟ ਨੂੰ ਕੋਆਰਡੀਨੇਟ ਕਰਨਾ ਅਤੇ ਜਿਹੜਾ ਹੈ ਕੈਬਨਿਟ ਮੀਟਿੰਗ ਜਿਹੜੀ ਹੈ ਉਹਦੀ ਜਿਹੜੀ ਸਾਰੀ ਉਹਨੂੰ ਚਲਾਉਣ ਦਾ ਕੰਮ ਚੀਫ ਸੈਕਟਰੀ ਦਾ ਹੁੰਦਾ ਹੈਗਾ। ਸੋ ਇਹ ਤਾਂ ਮਤਲਬ ਮੇਰੀ ਤੋਂ ਸਮਝ ਤੋਂ ਬਾਹਰ ਦੀਆਂ ਗੱਲਾਂ ਵੀ ਕਿਵੇਂ ਅੱਜ ਵੀ ਸਰਕਾਰ ਨਾ ਚੀਫ ਸੈਕਟਰੀ ਹਟੇ ਨੇ ਨਾ ਹੀ ਮਿਨਿਸਟਰ ਪਿੱਛੇ ਹਟੇ ਨੇ ਅਤੇ ਫਿਰ ਵੀ ਸਰਕਾਰ ਚੱਲੀ ਜਾ ਰਹੀ ਹੈ। ਇੱਕ ਆਖਰੀ ਸਵਾਲ ਚਲਦੇ ਚਲਦੇ, ਹੁਣ ਤੁਹਾਡੀ ਕੀ ਰਣਨੀਤੀ ਆਉਣ ਵਾਲੇ ਦਿਨਾਂ ਦੇ ਵਿੱਚ? ਇਲੈਕਸ਼ਨ ਆਉਣ ਵਾਲੇ ਨੇ ਔਰ ਕਈ ਰੈਲੀਆਂ ਵੀ ਤੁਸੀਂ ਕਰ ਚੁੱਕੇ ਹੋ, ਕਈ ਵੱਡੇ ਮੰਚ ਵੀ ਸਾਂਝੇ ਕਰ ਚੁੱਕੇ ਹੋ, ਹੁਣ ਅੱਗੇ ਦੀ ਕੀ ਰਣਨੀਤੀ ਬਣਾਈ ਹੈ? ਦੇਖੋ, ਸਾਡੀ ਤਾਂ ਕੋਸ਼ਿਸ਼ ਇਹ ਹੈ ਵੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਜਿਹੜੀਆਂ ਐਸਟੈਬਲਿਸ਼ਡ ਪਾਰਟੀਜ਼ ਨੇ ਜਾਂ ਉਹ ਪਾਰਟੀਆਂ ਦੇ ਜੋ ਜਿਸ ਕੰਮ ਕਰਨ ਦੇ ਢੰਗ ਤੋਂ ਦੁਖੀ ਨੇ, ਚਾਹੇ ਉਹ ਬਾਦਲ ਦਲ ਹੋਵੇ ਚਾਹੇ ਉਹ ਕਾਂਗਰਸ ਹੋਵੇ, ਅਤੇ ਅੱਜ ਲੋਕ ਇੱਕ ਨਵੀਂ ਜਿਹੜੀ ਹੈ ਦਿਸ਼ਾ ਭਾਲ ਰਹੇ ਨੇ। ਲੋਕ ਚਾਹੁੰਦੇ ਨੇ ਵੀ ਇੱਕ ਨਵੀਂ ਸੋਚ ਆਵੇ ਪੰਜਾਬ ਦੇ ਵਿੱਚ, ਪਰ ਗੱਲ ਇਹ ਹੈ ਵੀ ਉਹਦੇ ਵਾਸਤੇ ਸਾਰੇ ਚੰਗੀ ਸੋਚ ਰੱਖਣ ਵਾਲੇ ਲੋਕਾਂ ਨੂੰ ਇਕੱਠਾ ਹੋਣਾ ਪਏਗਾ, ਲੋਕਾਂ ਨੂੰ ਵਿਸ਼ਵਾਸ ਪੈਦਾ ਕਰਨਾ ਪਏਗਾ। ਆਪਸੀ ਜਿਹੜੀਆਂ ਸਾਡੀਆਂ ਈਗੋਜ਼ ਨੇ ਉਹਨੂੰ ਪਿੱਛੇ ਰੱਖਣਾ ਪਏਗਾ, ਅਤੇ ਲੋਕ ਥਰਡ ਆਪਸ਼ਨ ਨੂੰ ਉਡੀਕ ਰਹੇ ਨੇ। ਪਰ ਹੁਣ ਇਹ ਥਰਡ ਆਪਸ਼ਨ ਪੈਦਾ ਕਰਨੀ, ਇਹਨੂੰ ਇਸ ਰੂਪ ਦੇਣਾ, ਉਹ ਸਾਰਿਆਂ ਨੂੰ ਇਕੱਠੇ ਹੋ ਕੇ ਸੋਚਣਾ ਚਾਹੀਦਾ। ਥਰਡ ਆਪਸ਼ਨ ਦੀ ਗੱਲ ਕਰੀਏ, ਪਹਿਲਾਂ ਵੀ ਥਰਡ ਆਪਸ਼ਨਾਂ ਦੀ ਕਈ ਵਾਰ ਗੱਲਾਂ ਹੋਈਆਂ। ਆਮ ਆਦਮੀ ਪਾਰਟੀ ਵੀ ਇੱਕ ਵਿਕਲਪ ਵੇਖਿਆ ਜਾ ਰਿਹਾ ਸੀ, ਲੇਕਿਨ ਕੀ ਹਸ਼ਰ ਹੋਇਆ ਆਮ ਆਦਮੀ ਪਾਰਟੀ ਦਾ ਤੁਸੀਂ ਆਪ ਵੇਖ ਸਕਦੇ ਹੋ। ਆਗੂਆਂ ਦੀ ਆਪਸ ਵਿੱਚ ਨਹੀਂ ਬਣੀ, ਤਿਲਾ ਤਿਲਾ ਹੋ ਗਈ ਪਾਰਟੀ। ਕਿਆ ਹੁਣ ਇਸੇ ਤਰ੍ਹਾਂ ਦਾ ਇੱਕ ਥਰਡ ਫਰੰਟ ਜਿਹੜਾ ਉਹ ਖੜਾ ਹੋਣ ਦੀ ਦੁਬਾਰਾ ਤੋਂ ਕਵਾਇਤ ਕਰ ਰਿਹਾ ਹੈ ਕਿ ਹਾਂ ਰਵਾਇਤੀ ਪਾਰਟੀਆਂ ਨੂੰ ਟੱਕਰ ਦਿੱਤੀ ਜਾ ਸਕੇ, ਔਰ ਜਦੋਂ ਜਦੋਂ ਚੋਣ ਆਉਣ ਅਤੇ ਆਪਸੀ ਜਿਹੜੇ ਮਤਭੇਦ ਨੇ ਜਾਂ ਫਿਰ ਆਪਸੀ ਜਿਹੜੇ ਸਵਾਰਥ ਨੇ ਉਹਨੇ ਕੁ ਹਾਵੀ ਹੋ ਜਾਣ ਕਿ ਉਸ ਤੋਂ ਬਾਅਦ ਫਿਰ ਆਹੀ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਉਹ ਜ਼ਿਆਦਾ ਐਕਟਿਵ ਹੁੰਦੀਆਂ ਨਜ਼ਰ ਆਉਣ, ਨਾ ਕਿ ਥਰਡ ਫਰੰਟ? ਕਿਉਂਕਿ ਲਗਾਤਾਰ ਥਰਡ ਫਰੰਟ ਨੂੰ ਲੈ ਕੇ ਵੱਡੇ ਆਗੂ ਅੱਗੇ ਆਉਂਦੇ ਰਹੇ। ਕਦੇ ਜਗਮੀਤ ਬਰਾੜ ਹੋਰੀ ਵੀ ਕਹਿੰਦੇ ਸੀ ਥਰਡ ਫਰੰਟ ਜਿਹੜਾ ਆਪਾਂ ਉਸ ਦਾ ਹਿੱਸਾ ਬਣਾਂਗੇ, ਥਰਡ ਫਰੰਟ ਹੋਣਾ ਚਾਹੀਦਾ। ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਲੇ ਗਏ। ਹੋਰ ਕਈ ਵੱਡੇ ਆਗੂ ਜਿਹੜੇ ਨੇ ਉਹ ਕਿਤੇ ਨਾ ਕਿਤੇ ਆਪਣੀ ਪਾਰਟੀਆਂ ਤੋਂ ਅਲੱਗ ਹੋ ਕੇ ਥਰਡ ਫਰੰਟ ਦੀ ਤਰਫ ਜਾਂਦੇ ਨਜ਼ਰ ਆਏ, ਲੇਕਿਨ ਹੋਇਆ ਕੁਝ ਨਹੀਂ। ਇਹ ਦੇਖੋ, ਜਿੰਨੀਆਂ ਹੁਣ ਇਹ ਦੋਨੇ ਪਾਰਟੀਆਂ ਡਿਸਕ੍ਰੈਡਿਟ ਹੋ ਚੁੱਕੀਆਂ, ਉਨੀਆਂ ਸ਼ਾਇਦ ਡਿਸਕ੍ਰੈਡਿਟ ਕਦੇ ਵੀ ਨਹੀਂ ਸੀ ਹੋਈਆਂ। ਸੱਚਾਈ ਇਹ ਹੈ। ਅਤੇ ਦੂਜੀ ਗੱਲ ਇਹ ਹੈ ਵੀ ਹਮੇਸ਼ਾ ਇਹ ਨਹੀਂ, ਪਿਛਲੀ ਵਾਰੀ ਜਿਵੇਂ ਤੁਸੀਂ ਕਿਹਾ ਵੀ ਸਾਰੇ ਇਕੱਠੇ ਨਹੀਂ ਹੋ ਸਕੇ, ਆਮ ਆਦਮੀ ਪਾਰਟੀ ਹੋਰ ਪਾਰਟੀਆਂ ਨੂੰ ਨਾਲ ਲੈ ਸਕੀ। ਕਈ ਵਾਰ ਕੀ ਹੋ ਜਾਂਦਾ ਵੀ ਹਰ ਪਾਰਟੀ ਸੋਚ ਲੈਂਦੀ ਹੈ ਵੀ ਸ਼ਾਇਦ ਅਸੀਂ ਇਕੱਲੀ ਕਰ ਲਾਂਗੇ। ਮੇਰਾ ਮੰਨਣਾ ਹੈ ਵੀ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਵੀ ਪੰਜਾਬ ਦਾ ਭਲਾ ਕਿਸ ਚੀਜ਼ 'ਚ ਹੈ। ਜੇ ਅਸੀਂ ਆਪਦੀ ਚੀਜ਼ ਦੇਖਣ ਲੱਗ ਪਏ ਵੀ ਮੈਨੂੰ ਕੀ ਮਿਲੂ ਤਾਂ ਫਿਰ ਉੱਥੇ ਜਾ ਕੇ ਜਿਹੜੀ ਹੈ ਇਹ ਅੜ ਜਾਂਦੀ ਹੈ ਵੀ ਯਾਰ ਜੇ ਮੈਨੂੰ ਨਹੀਂ ਤਾਂ ਫਿਰ ਮੈਂ ਕਿਸੇ ਦਾ ਵੀ ਨਹੀਂ ਨਾਲ ਨਹੀਂ ਚੱਲ ਸਕਦਾ। ਗੱਲ ਇਹ ਹੈ ਵੀ ਜਦ ਸਾਨੂੰ
ਜੇ ਅਸੀਂ ਪੰਜਾਬ ਦਾ ਭਲਾ ਸੋਚਦੇ ਹਾਂ ਤਾਂ ਸਾਨੂੰ ਹੁਣ ਜੇ ਮੈਂ ਹਾਂ, ਜੇ ਮੈਂ ਇਹ ਗੱਲ ਕਹਿ ਦਾਂ ਵੀ ਯਾਰ ਮੇਰੇ ਤੋਂ ਜੋ ਮਰਜ਼ੀ ਹੈ ਕਰਾਓ, ਮੈਨੂੰ ਕੁਛ ਨਹੀਂ ਚਾਹੀਦਾ, ਤਾਂ ਫਿਰ ਕੰਮ ਚੱਲੂਗਾ। ਤੇ ਮੈਂ ਤਾਂ ਇਹ ਗੱਲ ਅੱਜ ਵੀ, ਪਹਿਲਾਂ ਵੀ ਕਹਿਣਾ, ਅੱਜ ਵੀ ਕਹਿਣਾ ਵੀ ਕੋਈ ਚੰਗੀ ਆਪਸ਼ਨ ਬਣੇ ਪੰਜਾਬ ਦੇ ਵਿੱਚ। ਅਸੀਂ ਉਪਰਾਲਾ ਹੋਇਆ ਕਿਆ ਕਿਸੇ ਨਾਲ ਗੱਲਬਾਤ ਉਪਰਾਲੇ ਹੋ ਰਹੇ ਨੇ, ਹੋਣਗੇ, ਯਤਨ ਹੋਣਗੇ, ਤੇ ਮੈਂ ਉਮੀਦ ਕਰਦਾ ਕਿ ਜਿਹੜੇ ਵੀ ਚੰਗੀ ਸੋਚ ਰੱਖਣ ਵਾਲੇ ਨੇ, ਜਿਹੜੇ ਪੰਜਾਬ ਦਾ ਭਲਾ ਸੋਚਣ ਵਾਲੇ ਨੇ, ਉਹ ਲੋਕਾਂ ਨੂੰ ਇੱਕ ਕ੍ਰੈਡੀਬਲ ਆਲਟਰਨੇਟਿਵ ਜ਼ਰੂਰ ਦੇਣਗੇ। ਜੇ ਉਹ ਖੁੰਝਦੇ ਨੇ ਤਾਂ ਉਹ ਜਿਸ ਮਕਸਦ ਲਈ ਆਏ ਹਾਂ ਅਸੀਂ, ਉਹ ਮਕਸਦ ਨੂੰ ਵੀ ਅਸੀਂ ਧੱਕਾ ਮਾਰਦੇ ਹਾਂ। ਕਿਉਂਕਿ ਕੋਈ ਜਿਹੜਾ ਸਿਆਸੀ ਬੰਦੇ ਦਾ ਮਕਸਦ ਜਿਹੜਾ ਹੈ, ਆਖਰ ਮੇਨ ਮਕਸਦ ਤਾਂ ਲੋਕ ਸੇਵਾ ਹੀ ਹੈ। ਅਤੇ ਫਿਰ ਜੇ ਅਸੀਂ ਆਪਦੇ ਨਿੱਜੀ ਹਿੱਤਾਂ ਨੂੰ ਪਿੱਛੇ ਛੱਡ ਕੇ ਜੇ ਅਸੀਂ ਇਸ ਕਾਰਜ ਦੇ ਵਿੱਚ ਨਹੀਂ ਅੱਗੇ ਤੁਰ ਸਕਦੇ ਤਾਂ ਫਿਰ ਕੀ ਫਾਇਦਾ ਹੈਗਾ। ਸੋ ਸਾਨੂੰ ਕਿਤੇ ਆਪਦੀਆਂ ਈਗੋਜ਼, ਹਉਮੈ, ਹਰ ਚੀਜ਼ ਨੂੰ ਤਿਆਗ ਕੇ ਪੰਜਾਬ ਦੇ ਹਿੱਤਾਂ ਨੂੰ, ਅਤੇ ਪੰਜਾਬ ਦੇ ਲੋਕ ਬੜੇ ਸੂਝਵਾਨ ਨੇ, ਜਿਹੜਾ ਹੈ ਉਹ ਜਿਹੜੀ ਲੋਕਾਂ ਦੀ ਪਸੰਦ ਹੋਏਗੀ ਉਹ ਆਪਣੇ ਆਪ ਅੱਗੇ ਆ ਜਾਏਗਾ। ਪਰ ਸਾਨੂੰ ਤਾਂ ਜਿਹੜੇ ਆਪਦੇ ਸੋਚ ਕੇ ਇੱਕ ਪਲੇਟਫਾਰਮ ਤਿਆਰ ਕਰਨਾ ਚਾਹੀਦਾ ਨਾ। ਪਲੇਟਫਾਰਮ ਤਿਆਰ ਹੋਣਾ ਚਾਹੀਦਾ। ਚਲਦੇ ਇੱਕ ਸਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਹੁਣ ਕਿਹਾ ਜਾ ਰਿਹਾ ਕਿ ਪੰਥਕ ਨਾ ਕਹੋ, ਕਿਉਂਕਿ ਸਾਰਾ ਦਿਨ ਤੇ ਸ਼ਰਾਬ ਕਰੀ ਜਾਂਦੇ ਨੇ। ਹੁਣ ਆਪਣੇ ਆਪ ਨੂੰ ਵੈਸੇ ਪੰਥਕ ਪਾਰਟੀ ਕਹਾਉਂਦੇ ਨੇ। ਸੁਨੀਲ ਜਾਖੜ ਕਹਿ ਰਹੇ ਨੇ ਕਿ ਇਹਨਾਂ ਨੂੰ ਪੰਥਕ ਕਹਿਣਾ ਜਾਇਜ਼ ਨਹੀਂ ਹੋਏਗਾ, ਕਿਉਂਕਿ ਇਹ ਸਾਰਾ ਦਿਨ ਹੀ ਕਦੇ ਮਾਫੀਆ ਰਾਜ ਦੀ ਗੱਲ ਕਰ ਰਹੇ ਨੇ, ਕਦੇ ਸ਼ਰਾਬ ਦੀ ਗੱਲ ਕਰ ਰਹੇ ਨੇ, ਜਦਕਿ ਇਹਨਾਂ ਨੂੰ ਧਾਰਮਿਕ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਸੀ। ਦੇਖੋ, ਅਫਸੋਸ ਦੀ ਗੱਲ ਹੈ, ਇਹੀ ਮੁੱਦੇ ਕਰਕੇ ਜਿਹੜੀ ਹੈ ਢੀਂਡਸਾ ਸਾਹਿਬ ਨੇ ਪਾਰਟੀ ਛੱਡੀ ਸੀ ਜਾਂ ਮੈਂ ਪਿੱਛੇ ਹਟਿਆ, ਵੀ ਸਾਡਾ ਜੋ ਕੋਰ ਏਜੰਡਾ ਹੈ ਅਕਾਲੀ ਦਲ ਦਾ, ਉਹ ਤੋਂ ਅਸੀਂ ਪਿੱਛੇ ਹਟ ਗਏ। ਅਤੇ ਸਾਨੂੰ ਇਸ ਗੱਲ ਦਾ ਸਭ ਤੋਂ ਵੱਡਾ ਦੁੱਖ ਹੈ ਕਿ ਜਿਹੜੀ ਇੱਕ ਪੰਥਕ ਪਾਰਟੀ ਹੈ, ਇੱਕ ਪਾਰਟੀ, ਦੇਖੋ ਮੈਂ ਅੱਜ ਵੀ ਇਹ ਗੱਲ ਹਰ ਵਾਰੀ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੇ ਸਿਧਾਂਤਾਂ ਨੂੰ ਦੇਖੀਏ ਤਾਂ ਉਸ ਤੋਂ ਵਧੀਆ ਪੰਜਾਬ ਦੇ ਵਾਸਤੇ, ਪੰਜਾਬ ਦੇ ਹਿੱਤਾਂ ਲਈ ਕੋਈ ਪਾਰਟੀ ਹੋ ਨਹੀਂ ਸਕਦੀ। ਪਰ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਫੈਸਲੇ ਹੋਏ, ਜਿਸ ਤਰੀਕੇ ਦੇ ਨਾਲ ਪਾਰਟੀ ਦੀ ਅਗਵਾਈ ਹੋਈ, ਜਿਸ ਤਰੀਕੇ ਨਾਲ ਚੱਲੀ, ਜਿਸ ਤਰੀਕੇ ਨਾਲ ਸਾਰੀਆਂ ਘਟਨਾਵਾਂ ਹੋਈਆਂ, ਉਹਦੇ ਨਾਲ ਬਹੁਤ ਵੱਡੀ ਠੇਸ ਵੱਜੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈ ਲੀਡਰਸ਼ਿਪ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਟੁੱਟਿਆ। ਅਤੇ ਇਹ ਜਿਹੜਾ ਹੈ ਅਕਾਲੀ ਦਲ ਨੂੰ ਜਦ ਤੱਕ ਕੋਰ ਏਜੰਡੇ ਤੱਕ ਜਿਹੜਾ ਹੈ ਨਹੀਂ ਆਉਂਦਾ, ਜਾਂ ਜਿਹੜੀਆਂ ਜੋ ਕਮੀਆਂ ਰਹੀਆਂ ਉਹਨਾਂ ਨੂੰ ਨਹੀਂ ਸੁਧਾਰਦਾ। ਅਸੀਂ ਵੀ ਇਹੀ ਕਹਿ ਰਹੇ ਸੀ, ਕੌਣ ਸੁਧਾਰੇਗਾ ਉਹ ਕਮੀਆਂ? ਕੋਰ ਏਜੰਡੇ ਤੇ ਲੈ ਕੇ ਕੌਣ ਆਏਗਾ? ਉਹ ਤੇ ਕਹਿੰਦੇ ਆਪਾਂ ਕੋਰ ਏਜੰਡੇ ਤੇ ਹੀ ਹਾਂ, ਸਾਡੇ 'ਚ ਕਮੀ ਕੋਈ ਨਹੀਂ ਹੈ। ਜਿਹੜੇ ਗਏ ਆਪਣੇ ਸਵਾਰਥ ਪਿੱਛੇ ਗਏ। ਜੇ ਸਭ ਤੋਂ ਵੱਡੀ ਗੱਲ ਹੈ, ਜੇ ਅਸੀਂ ਆਪਦੀਆਂ ਗਲਤੀਆਂ ਨਹੀਂ ਮੰਨ ਸਕਦੇ ਤਾਂ ਅਸੀਂ ਕੀ ਅਗਵਾਈ ਕਰ ਸਕਦੇ? ਜੇ ਅਸੀਂ, ਢੀਂਡਸਾ ਸਾਹਿਬ ਨੇ ਕੀ ਗੱਲ ਕਹੀ ਸੀ, ਇਹੀ ਕਹੀ ਸੀ ਵੀ ਜੇ ਸਾਡੇ ਤੋਂ ਗਲਤੀਆਂ ਹੋਈਆਂ ਆਪਾਂ ਉਹਨਾਂ ਦੀ ਮਾਫੀ ਮੰਗ ਲਈਏ, ਅਤੇ ਆਪਾਂ ਸਪਸ਼ਟ ਹੋ ਕਹੀ ਵੀ ਆਹ ਗਲਤੀਆਂ ਰਹਿ ਗਈਆਂ, ਕਮੀਆਂ ਰਹਿ ਗਈਆਂ, ਅਸੀਂ ਇਹਦੀ ਗੱਲ ਦੀ ਮਾਫੀ ਚਾਹੁੰਦੇ ਹਾਂ। ਅਤੇ ਜਦ ਅਸੀਂ ਆਪਣੀਆਂ ਕਮੀਆਂ ਐਕਸੈਪਟ ਹੀ ਨਹੀਂ ਕਰਾਂਗੇ ਤਾਂ ਫਿਰ ਉਸ 'ਚ ਦਰੁਸਤੀ ਨਹੀਂ ਕਰ ਸਕਦੇ। ਪਹਿਲੀ ਗੱਲ ਤਾਂ ਇਹ ਵੀ ਪਾਰਟੀ ਦੇ ਵਿੱਚ ਬੈਠ ਕੇ ਪਾਰਟੀ ਦੇ ਵਿੱਚ ਜੋ ਕਮੀਆਂ ਆਈਆਂ ਉਹਨਾਂ ਨੂੰ ਐਕਸੈਪਟ ਕਰਕੇ ਉਹਨਾਂ ਨੂੰ ਸੁਧਾਰਨ ਵੱਲ ਜਦ ਤੱਕ ਨਹੀਂ ਤੁਰਦੇ ਉਹਨਾਂ ਚਿਰ ਕੁਛ ਨਹੀਂ ਹੋ ਸਕਦਾ। ਅਤੇ ਇਹੀ ਜਿਹੜੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਵੱਡੀ ਜਿਹੜੀ ਕਮੀ ਹੈ ਵੀ ਅਸੀਂ ਆਪਦੀਆਂ ਕਮੀਆਂ, ਆਪਦੀਆਂ ਗਲਤੀਆਂ ਮੰਨਣ ਨੂੰ ਹੀ ਤਿਆਰ ਨਹੀਂ ਹੈਗੇ। ਚਲੋ, ਪਰਮਿੰਦਰ ਸਿੰਘ ਢੀਂਡਸਾ ਨੇ ਜਿਨ੍ਹਾਂ ਨੇ ਸਿੱਧੇ ਤੌਰ 'ਤੇ ਕਿਹਾ ਹੈ ਕਿ ਐਕਸਾਈਜ਼ ਨੂੰ ਜ਼ਰੂਰ ਲੋਸ ਹੋਇਆ, ਕਿਤੇ ਨਾ ਕਿਤੇ ਰੈਵਨਿਊ ਦੇ ਵਿੱਚ ਘਾਟਾ ਜ਼ਰੂਰ ਹੋਇਆ, ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਜਿਹੜਾ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਮਾਫੀਆ ਰਾਜ ਜਿਹੜਾ ਐਕਟਿਵ ਹੋ ਰਿਹਾ, ਉਸ 'ਤੇ ਨੱਥ ਪਾਉਣ ਦੀ ਲੋੜ ਹੈ। ਸਿੱਧੇ ਤੌਰ 'ਤੇ ਪਰਮਿੰਦਰ ਢੀਂਡਸਾ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਲਗਾਤਾਰ ਮਾਫੀਆ ਰਾਜ ਐਕਟਿਵ ਹੋ ਰਿਹਾ ਹੈ। ਮੁੱਖ ਸਕੱਤਰ ਔਰ ਮੰਤਰੀਆਂ ਦੇ ਵਿੱਚ ਜਿਹੜਾ ਵਿਵਾਦ ਹੋਇਆ, ਇਸ 'ਤੇ ਵੀ ਇਹਨਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਵੇਖਣ ਵਾਲੀ ਗੱਲ ਰਹੇਗੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਸ਼ਰਾਬ ਦਾ ਜਿਹੜਾ ਮਸਲਾ ਨਿਕਲ ਕੇ ਸਾਹਮਣੇ ਆਇਆ, ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਛ ਨਵੇਂ ਖੁਲਾਸੇ ਕਰਦਾ ਹੋਇਆ ਨਜ਼ਰ ਆਏਗਾ। ਕੈਮਰਾਮੈਨ ਬਲਜਿੰਦਰ ਸਿੰਘ ਦੇ ਨਾਲ ਵਿਨੀਤ ਕਪੂਰ, ANB ਨਿਊਜ਼, ਚੰਡੀਗੜ੍ਹ।